ਸਤਿ ਸ਼੍ਰੀ ਅਕਾਲ ਸਾਨੂੰ ਮੈਂ ਸਪੀਕ ਤਾਂ ਅੱਜ ਆਪਾਂ ਕਰਾਂਗੇ ਕਲਾਸ 12th ਦਾ ਸੈਕੰਡ ਚੈਪਟਰ ਦੀ ਏ ਐਕਸਰਸਾਈਜ਼। ਏ ਐਕਸਰਸਾਈਜ਼ ਦੇ ਵਿੱਚ ਕੀ ਹੁੰਦਾ ਹੈ, ਜੇ ਮੰਨ ਲਓ ਆਪਣੇ ਕੋਲ 1 upon sin ਹੁੰਦਾ ਹੈ, ਠੀਕ ਹੈ, sin x ਹੈ 1 upon sin x ਤਾਂ ਉਹ ਕਾਦੇ ਇਕੁਅਲਸ ਟੂ ਹੁੰਦਾ ਹੈ, sin ਇਨਵਰਸ x ਦੇ ਇਕੁਅਲਸ ਟੂ ਹੁੰਦਾ। ਤੁਸੀਂ ਇਹਨੂੰ -1 ਨਹੀਂ ਰੀਡ ਕਰੋਗੇ, ਇਹਨੂੰ ਤੁਸੀਂ ਕੀ ਰੀਡ ਕਰੋਗੇ, sin ਇਨਵਰਸ x ਰੀਡ ਕਰੋਗੇ। ਕਿਉਂਕਿ ਦੇਖੋ ਜੇ ਆਪਣੇ ਕੋਲ ਕੀ ਹੈ 1 upon sin x ਹੈ, ਠੀਕ ਹੈ, ਆਪਾਂ ਇਹਨੂੰ ਚੇਂਜ ਕਰ ਰਹੇ ਹਾਂ sin ਇਨਵਰਸ x ਦੇ ਵਿੱਚ। ਉਹਦੇ ਵਿੱਚ ਕੀ ਹੁੰਦਾ ਹੈ, ਜਦੋਂ ਕੀ ਹੈ sin x ਹੈ ਜਿਹੜਾ ਉਹ ਉੱਪਰ ਜਾਊਗਾ ਤਾਂ ਆਪਣੇ ਕੋਲ ਕੀ ਆ ਜਾਊਗਾ -1 ਤੇ x ਆ ਜਾਊਗਾ ਨਾਲ, ਠੀਕ ਹੈ। ਤਾਂ ਆਪਣਾ ਇਹ ਕੀ ਬਣ ਜਾਊਗਾ sin ਇਨਵਰਸ x, ਇਹਨੂੰ ਆਪਾਂ ਰੀਡ ਕਰਾਂਗੇ, ਠੀਕ ਹੈ। ਜਿਵੇਂ ਕਿ ਆਪਣੇ ਕੋਲ ਕੀ ਹੈ ਫਾਰਮੂਲਾਜ਼ ਹੈ ਜਿਹਦੇ ਅਕੋਰਡਿੰਗ ਆਪਾਂ ਸਮ ਸੋਲਵ ਕਰਾਂਗੇ ਤੇ ਆਪਣੇ ਕੋਲ ਕੀ ਇੱਕ ਟੇਬਲ ਹੈ ਟੀ ਰੇਸ਼ੋਜ਼ ਦਾ, ਠੀਕ ਹੈ, ਜਿਹਨੂੰ ਰਿਮਾਈਂਡ ਕਰਨ ਦੇ ਲਈ ਤੁਹਾਨੂੰ ਇੱਕ ਲਿੰਕ ਦਿੱਤਾ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ, ਉਹਨੂੰ ਤੁਸੀਂ ਓਪਨ ਕਰਕੇ ਉੱਥੋਂ ਆਸਾਨ ਤਰੀਕੇ ਦੇ ਨਾਲ ਇਹਨੂੰ ਯਾਦ ਕਰ ਸਕਦੇ ਹੋ, ਠੀਕ ਹੈ। ਤੇ ਇੱਕ ਆਪਣੇ ਆਹ ਵਾਲੇ 3 ਹੋਰ ਫਾਰਮੂਲਾਜ਼ ਹੈ, ਤਾਂ ਇਹ ਸਾਰੇ ਫਾਰਮੂਲਾਜ਼ ਤੁਹਾਨੂੰ ਰੀਡ ਕਰਨੇ ਪੈਣਗੇ, ਯਾਦ ਵੀ ਕਰਨੇ ਪੈਣਗੇ, ਠੀਕ ਹੈ। ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਨੀ ਹਾਂ, ਜਿਵੇਂ ਕਿ ਆਪਣੇ ਕੋਲ ਹੈਗਾ sin ਇਨਵਰਸ -x ਹੈ, ਠੀਕ ਹੈ। ਹੁਣ ਤੁਸੀਂ ਦੇਖੋ ਆਪਾਂ ਐਂਗਲ ਕਦੇ ਵੀ ਨੈਗੇਟਿਵ ਨਹੀਂ ਲੈ ਸਕਦੇ, ਆਪਾਂ ਕੀ ਕਰਾਂਗੇ ਜਿਹੜਾ ਇਹ ਮਾਈਨਸ ਵਾਲਾ ਸਾਈਨ ਹੈ ਉਹਨੂੰ ਅੱਗੇ ਸ਼ਿਫਟ ਕਰ ਦਾਂਗੇ, ਜਿਵੇਂ ਕਿ ਆਪਾਂ ਲਿਖ ਲਿਆ sin ਇਨਵਰਸ x, ਠੀਕ ਹੈ। ਇਹ ਆਪਣਾ ਸੇਮ ਹੀ ਹੈ, sin ਇਨਵਰਸ x ਸੇਮ ਹੈ, ਕੋਸਿਕੈਂਟ ਕਿਉਂਕਿ ਇਹ ਦਾ ਉਲਟ ਹੁੰਦਾ ਤਾਂ ਉਹ ਵੀ ਸੇਮ ਹੈ, ਠੀਕ ਹੈ। ਤੇ ਇੱਕ ਆਪਣਾ ਹੈਗਾ tan, ਤਾਂ tan ਇਨਵਰਸ x, ਇਹ ਤਿੰਨਾਂ ਨੂੰ ਕੀ ਕਰਾਂਗੇ ਸਿੱਧਾ ਆਪਾਂ ਜਿਹੜਾ ਐਂਗਲ ਹੈ ਮਾਈਨਸ ਹੈ ਜਿਹੜਾ ਉਹ ਆਪਾਂ sin ਕੋਸਿਕੈਂਟ ਤੇ ਆਪਣਾ ਜਿਹੜਾ tan ਹੈ ਉਹਦੇ ਮੂਰੇ ਮਾਈਨਸ ਲਾ ਦਾਂਗੇ, ਠੀਕ ਹੈ। ਬਾਕੀ ਜਿਹੜੇ ਤਿੰਨ ਰਹਿੰਦੇ ਯਾਨੀ ਕਿ cos ਰਹਿੰਦਾ, secant ਰਹਿੰਦਾ ਤੇ cot ਰਹਿੰਦਾ, ਠੀਕ ਹੈ। cos ਦਾ ਉਲਟ ਕੀ ਹੁੰਦਾ, secant ਹੁੰਦਾ, ਤੇ ਆਪਣਾ ਰਹਿ ਗਿਆ cot। ਹੁਣ ਜਿਹੜੇ ਇਹ ਤਿੰਨ ਹੈ ਇਹਦੇ ਵਿੱਚ ਆਪਾਂ ਕੀ ਕਰਾਂਗੇ ਪਾਈ ਮਾਈਨਸ ਲਿਖਾਂਗੇ, ਠੀਕ ਹੈ। ਜਦੋਂ ਮੈਂ ਤੁਹਾਨੂੰ ਸਮ ਦੇ ਵਿੱਚ ਨਾਲ ਫਾਰਮੂਲਾਜ਼ ਲਿਖਾਏਗੀ ਤਾਂ ਤੁਹਾਡੇ ਆਪਣੇ ਆਪ ਰਿਮਾਈਂਡ ਹੋ ਜਾਣਗੇ, ਠੀਕ ਹੈ। ਤਾਂ ਉਹਦੇ ਲਈ ਤੁਹਾਨੂੰ ਇਹ ਟੇਬਲ ਵੀ ਯਾਦ ਕਰਨਾ ਪਊਗਾ ਜਿਹਦੇ ਵਿੱਚ ਆਪਾਂ ਵੈਲਿਊਜ਼ ਪੁੱਟ ਕਰਾਂਗੇ, ਠੀਕ ਹੈ। ਸਭ ਤੋਂ ਪਹਿਲਾਂ ਆਪਾਂ ਫਸਟ ਸਮ ਕਰਕੇ ਦੇਖ ਲੈਂਦੇ ਆ, ਇਹਨਾਂ ਫਾਰਮੂਲਾਜ਼ ਦੇ ਵਿੱਚ ਨਹੀਂ ਆਉਂਦਾ ਕਿਉਂਕਿ ਦੇਖੋ ਇਹ ਕੀ ਹੈ sin ਇਨਵਰਸ ਤੇ ਜਿਹੜਾ ਆਪਣਾ ਵੈਲਿਊ ਦਿੱਤੀ ਹੈ ਉਹ ਕੀ ਆਪਣੀ ਪੋਜ਼ਿਟਿਵ ਹੈ, ਆਪਾਂ ਕੀ ਦੇਖਿਆ ਸੀ ਸਿਰਫ ਨੈਗੇਟਿਵ, ਯਾਨੀ ਕਿ ਜੇ ਇੱਥੇ ਆਪਣੀ ਵੈਲਿਊ ਪੋਜ਼ਿਟਿਵ ਆਉਂਦੀ ਹੈ ਤਾਂ ਇੱਥੇ ਵੀ ਕੀ ਆਊਗੀ ਪੋਜ਼ਿਟਿਵ ਆਊਗੀ, ਠੀਕ ਹੈ। ਇਹਨੂੰ ਆਪਾਂ ਸੋਲਵ ਕਰਦੇ ਆ ਤਾਂ sin ਇਨਵਰਸ ਨੂੰ ਆਪਾਂ ਐਜ਼ ਇਟ ਇਜ਼ ਲਿਖ ਲਾਂਗੇ। ਹੁਣ ਤੁਸੀਂ ਦੇਖੋ ਆਪਣੇ ਕੋਲ ਕੀ ਹੈ sin ਦਿੱਤਾ ਹੈ, sin ਦੀ ਇੱਕ ਵੈਲਿਊ ਦਿੱਤੀ ਹੈ, ਹੁਣ ਆਪਣੇ ਕੋਲ ਆ ਟੇਬਲ ਹੈ, ਟੇਬਲ ਦੇ ਵਿੱਚ ਆਪਣਾ sin ਆਵਲੀ ਹੈ, ਠੀਕ ਹੈ, ਆ sin ਦੀ ਲਾਈਨ ਹੈ। ਇਸ ਤੋਂ ਬਾਅਦ sin ਦੀ ਵੈਲਿਊ ਕਿੰਨੀ ਹੈ 1 upon √2 ਹੈ, √2 1 upon √2 sin ਦੀ ਕਿੱਥੇ ਵੈਲਿਊ ਆਉਂਦੀ ਹੈ 45 ਦੇ ਨੀਚੇ ਆਉਂਦੀ ਹੈ, ਠੀਕ ਹੈ। ਹੁਣ 45 ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ, 45 ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ π/4 ਲਿਖ ਸਕਦੇ ਹਾਂ। ਇਹ ਤੁਹਾਨੂੰ ਕਿਵੇਂ ਯਾਦ ਰਹੂਗਾ, ਜਿਵੇਂ ਇੱਥੇ 4 ਹੈ ਤਾਂ ਇੱਥੇ ਵੀ 4 ਆ ਜਾਊਗਾ, ਠੀਕ ਹੈ। π/4 ਕਿਉਂਕਿ ਦੇਖੋ 180 ਨੂੰ ਜਦੋਂ ਆਪਾਂ ਡਿਵਾਈਡ ਕਰਦੇ ਹਾਂ 4 ਦੇ ਨਾਲ ਕਾਦੇ ਇਕੁਅਲਸ ਟੂ ਆਊਗਾ 45 ਦੇ ਇਕੁਅਲਸ ਟੂ ਆਊਗਾ, ਕਿਉਂਕਿ ਆਪਾਂ ਵੈਲਿਊਜ਼ ਕੀ ਲੈਣੀ ਹੈ ਰੇਡੀਅਨ ਦੇ ਵਿੱਚ ਲੈਣੀ ਹੈ ਤਾਂ ਕਰਕੇ, ਠੀਕ ਹੈ। ਆਪਣੇ ਕੋਲ ਕੀ sin 1 upon √2 1 upon √2 ਹੈ ਜਿਹੜੀ ਉਹ ਕਿੱਥੇ ਆਉਂਦੀ ਹੈ sin ਦੀ ਵੈਲਿਊ 45, ਤਾਂ ਆਪਾਂ ਲਿਖ ਲਾਂਗੇ sin π/4, ਠੀਕ ਹੈ। ਆਪਾਂ ਨੈਗੇਟਿਵ ਤਾਂ ਨਹੀਂ ਲਿਆ ਕਿਉਂਕਿ ਆਪਣੇ ਕੋਲ ਐਂਗਲ ਦੇ ਵਿੱਚ ਵੀ ਨੈਗੇਟਿਵ ਨਹੀਂ ਹੈਗਾ, ਠੀਕ ਹੈ। ਹੁਣ ਆਪਾਂ ਸਾਈਨ ਨਾਲ ਸਾਈਨ ਕੀ ਕਰ ਦਾਂਗੇ ਕੈਨਸਲ ਕਰ ਦਾਂਗੇ। ਹੁਣ ਤੁਸੀਂ ਕਹੋਗੇ ਵੀ ਇਹ ਸਾਈਨ ਨਾਲ ਸਾਈਨ ਕੈਨਸਲ ਕਿਵੇਂ ਹੋ ਗਿਆ, ਕਿਉਂਕਿ ਦੇਖੋ ਆਪਾਂ ਕੀ ਕਿਹਾ ਸੀ ਜੇ ਆਪਣੇ ਕੋਲ ਸਾਈਨ ਇਨਵਰਸ x ਹੈ ਉਹਨੂੰ ਆਪਾਂ ਕੀ ਲਿਖ ਸਕਦੇ ਆ 1 upon sin ਲਿਖ ਸਕਦੇ ਆ, ਠੀਕ ਹੈ। ਤਾਂ ਇਹਨੂੰ ਤੁਸੀਂ ਖੋਲ ਕੇ ਦੇਖੋ, ਇਹਨੂੰ ਆਪਾਂ ਕਿਵੇਂ ਖੋਲ ਸਕਦੇ ਆ, ਇਹ ਬਣ ਜਾਊਗਾ 1 upon ਦੇ ਵਿੱਚ sin ਆ ਜਾਊਗਾ, ਠੀਕ ਹੈ, ਤੇ ਮਲਟੀਪਲਾਈ ਦੇ ਵਿੱਚ ਆਪਣੇ ਕੋਲ sin π/4 ਹੈ, ਠੀਕ ਹੈ। ਤਾਂ sin ਨਾਲ sin ਕੈਨਸਲ ਹੋ ਸਕਦਾ ਕਿਉਂਕਿ ਇਹ ਮਲਟੀਪਲਾਈ ਦੇ ਵਿੱਚ ਵੀ ਹੈ ਤੇ ਡਿਵਾਈਡ ਦੇ ਵਿੱਚ ਵੀ, ਤਾਂ ਇਹ ਕੀ ਹੋ ਗਏ ਕੈਨਸਲ ਹੋ ਗਏ। 1 ਨਾਲ ਇਹਨੂੰ ਮਲਟੀਪਲਾਈ ਕੀਤਾ π/4 ਆਪਾਂ ਆਨਸਰ ਕੱਢਤਾ, ਠੀਕ ਹੈ। ਹੁਣ ਆਪਾਂ ਇਹਦਾ ਕਰਦੇ ਹਾਂ ਨੈਕਸਟ ਪਾਰਟ ਆਪਾਂ ਨੂੰ ਕੀ ਕਹਿੰਦਾ, ਸਭ ਤੋਂ ਪਹਿਲਾਂ ਆਪਾਂ ਲਿਖ ਲਾਂਗੇ sin ਇਨਵਰਸ, ਠੀਕ ਹੈ। ਇਸ ਤੋਂ ਬਾਅਦ ਆਪਣੇ ਕੋਲ ਕੀ sin ਦੀ ਵੈਲਿਊ ਹੈ √3/2। ਹੁਣ ਤੁਸੀਂ ਦੇਖੋ sin ਦੇ ਵਿੱਚ √3/2 ਵੈਲਿਊ ਆਉਂਦੀ ਹੈ 60 ਦੀ, ਠੀਕ ਹੈ। 60 ਨੂੰ ਆਪਾਂ ਕੀ ਲਿਖ ਸਕਦੇ ਹਾਂ π/3 ਲਿਖ ਸਕਦੇ ਹਾਂ, ਕਿਉਂਕਿ ਦੇਖੋ ਜੇ ਆਪਾਂ ਲਵਾਂਗੇ 180 upon ਦੇ ਵਿੱਚ ਆਪਾਂ ਲਿਆ 3, ਠੀਕ ਹੈ। ਇਹਨੂੰ ਆਪਾਂ ਕੈਨਸਲ ਕਰਦੇ ਤਾਂ ਆਪਣੇ ਕੋਲ 60 ਆਉਂਦਾ, ਇਸ ਕਰਕੇ ਆਪਾਂ ਰੇਡੀਅਨ ਦੇ ਵਿੱਚ ਲਿਖਣ ਦੇ ਲਈ ਆਪਾਂ ਕੀ ਕਰਾਂਗੇ ਇੱਥੇ ਲਿਖ ਲਾਂਗੇ sin, ਕਿਉਂਕਿ sin ਦੀ ਵੈਲਿਊ ਹੈ ਇਸ ਕਰਕੇ। ਦੈਨ ਆਪਾਂ 60 ਨੂੰ ਕੀ ਲਿਖਦੇ ਆ π/3, ਠੀਕ ਹੈ। ਤਾਂ ਹੁਣ sin ਨਾਲ sin ਕੀ ਹੋ ਗਿਆ ਕੈਨਸਲ ਹੋ ਗਿਆ, ਤਾਂ ਆਪਣੇ ਕੋਲ ਆਨਸਰ ਕੀ ਆ ਗਿਆ π/3 ਆ ਗਿਆ, ਠੀਕ ਹੈ। ਹੁਣ ਜਿਹੜੇ ਨੈਗੇਟਿਵ ਵਾਲੇ ਹੋਣਗੇ ਉਹ ਵੀ ਆਪਾਂ ਕਰਾਂਗੇ ਅੱਗੇ।
पार्ट अपना बी पार्ट ਦੇ ਵਿੱਚ ਆਪਾਂ ਨੂੰ ਕੀ ਦਿੱਤਾ cos ਇਨਵਰਸ ਦਿੱਤਾ ਹੋਇਆ ਠੀਕ ਹੈ ਨਾਲ cos ਦੀ ਆਪਾਂ ਨੂੰ ਵੈਲਿਊ ਦਿੱਤੀ ਹੈ ਠੀਕ ਹੈ ਹੁਣ ਤੁਸੀਂ ਦੇਖੋ ਵੈਲਿਊ ਕੀ ਆਪਣੀ 네ਗੇਟਿਵ ਹੈ ਹੁਣ ਆਪਾਂ 네ਗੇਟਿਵ ਦੇ ਵਿੱਚ ਕੀ ਸੀ ਆਪਣਾ cos ਜਿਹੜਾ ਸੀਗਾ ਉਹ ਪਾਈ ਮਾਈਨਸ cos ਇਨਵਰਸ x ਹੋ ਜਾਊਗਾ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਪਾਈ ਲਿਖ ਲਾਂਗੇ ਮਾਈਨਸ ਕਰਾਂਗੇ ਕਿਉਂਕਿ ਇਹਦੇ ਇਕੁਅਲਸ ਟੂ ਹੈ ਨਾ ਪਾਈ ਮਾਈਨਸ cos ਇਨਵਰਸ x ਦੇ ਇਕੁਅਲਸ ਟੂ ਹੈ ਹੁਣ ਆਪਾਂ ਕੀ ਲਿਖਾਂਗੇ cos ਇਨਵਰਸ ਠੀਕ ਹੈ देन आप ब्रैकेट ਦੇ ਵਿੱਚ ਲਿਖਾਂਗੇ -1/2 ठीक है ਹੁਣ माइनस ਤਾਂ ਆਪਾਂ ਇਧਰ ਲੈ ਹੀ ਆਂਦਾ ठीक है अंदर ਕੀ ਰਹਿ ਗਿਆ ਆਪਣੇ ਕੋਲ 1/2 ਰਹਿ ਗਿਆ ਤਾਂ 1/2 ਕਿੱਥੇ ਆਉਂਦੀ ਹੈ ਵੈਲਿਊ cos ਦੀ 1/2 ਵੈਲਿਊ ਆਉਂਦੀ ਹੈ 60 ਤੇ ठीक है 60 ਨੂੰ ਆਪਾਂ ਕੀ ਲਿਖਦੇ ਹੁੰਦੇ ਆ π/3 ਤਾਂ ਆਪਾਂ ਲਿਖ ਲਾਂਗੇ cos π/3 ठीक है ਹੁਣ ਜਿਹੜਾ ਆਪਣਾ ਇਨਵਰਸ ਹੈ ਤੇ cos ਹੈ ਉਹ ਕੀ ਹੋ ਗਏ ਕੈਨਸਲ ਹੋ ਗਏ ਆਪਣੇ ਕੋਲ ਆਨਸਰ ਦੇ ਵਿੱਚ ਕੀ ਆ ਗਿਆ π -π/3 ਆ ਗਿਆ ठीक है क्योंकि इत्थे माइनस सीगा तां करके ये एवें आ गया ठीक है हुण आपां इन्हां दा की लै लांगे एलसीएम लै लांगे तां इहदा एलसीएम आ गया 3 इहनूं आपां क्रॉस मल्टीप्लाई करदे हां 3π माइनस π आ गया तां आ गया अपने कोल 2π/3 आ गया प्लस माइनस माइनस ते साइन वड्डे दा ठीक है तां अपने कोल इहदा आंसर की आ गया 2π/3 ठीक है हुण आपां करदे हां नेक्स्ट पार्ट देखो cos दी वैल्यू अपने कोल की नेगेटिव है यानी कि cos इनवर्स -1/√2 ठीक है अपने कोल की सीगा cos दी वैल्यू जे नेगेटिव है ठीक है ताकि होगा पाई माइनस cos इनवर्स x होगा ठीक है तो आप लिख लेने पाई माइनस cos इनवर्स ब्रैकेट लावांगे ठीक है आ वाला माइनस आप लावांगे क्योंकि आप इथे माइनस ला चुके हैं ठीक है तो cos 1/√2 किथे आंदा है cos 1/√2 45 ਤੇ ਆਉਂਦਾ ਜਿਹਦੀ ਵੈਲਿਊ ਕੀ ਹੁੰਦੀ ਹੈ π/4 ਹੁੰਦੀ ਹੈ ਠੀਕ ਹੈ ਤਾਂ ਇੱਥੇ ਲਿਖ ਲਾਂਗੇ ਆਪਾਂ cos π/4 ठीक है देन cos ना cos ਕੀ ਹੋ ਗਿਆ ਆਪਣਾ ਕੈਨਸਲ ਹੋ ਗਿਆ ਤਾਂ ਆਪਣੇ ਕੋਲ ਆਨਸਰ ਦੇ ਵਿੱਚ ਕੀ ਆ ਗਿਆ π -π/4 ਆ ਗਿਆ ਠੀਕ ਹੈ ਤਾਂ ਹੁਣ ਆਪਾਂ ਇਹਨਾਂ ਦਾ ਐਲਸੀਐਮ ਲੈ ਲੈਣੇ ਆ ਨੀਚੇ ਆ ਗਿਆ 4 ਇਹਨੂੰ ਮਲਟੀਪਲਾਈ ਕਰਾਂਗੇ 4π - π ਤਾਂ ਇਜ਼ ਇਕੁਅਲ ਟੂ ਆਜੋ 3π/4 ठीक है एक होर गल मॉडर्न बुक दे विच बी दा फर्स्ट पार्ट है जिहड़ा cos इनवर्स -1/2 ओदा आंसर उन्होंने दिता π/6 जो कि गलत है ਇਹਦਾ आंसर ਕੀ ਆਊਗਾ 2π/3 आऊगा नेक्स्ट है अपना सी पार्ट ਦੇ ਵਿੱਚ ਆਪਾਂ ਨੂੰ ਕੀ ਦਿੱਤਾ tan इनवर्स -√3 ठीक है ਤਾਂ tan इनवर्स ਨੂੰ ਆਪਾਂ ਕੀ ਲਿਖ ਸਕਦੇ ਆ ਮਾਈਨਸ ਅੱਗੇ ਲੈ ਆਵਾਂਗੇ ਤੇ ਬਾਕੀ ਐਜ਼ ਇਟ ਇਜ਼ ठीक है ਤਾਂ ਆਪਾਂ ਲਿਖ ਲਾਂਗੇ tan इनवर्स ठीक है ਹੁਣ ਤੁਸੀਂ ਦੇਖੋ tan ਦੀ ਵੈਲਿਊ ਆਪਣੇ ਕੋਲ √3 ਕਿੱਥੇ ਆਉਂਦੀ ਹੈ √3 ਕਿੱਥੇ ਆਉਂਦੀ ਹੈ 60 ਤੇ ਯਾਨੀ ਕਿ tan 60 ਹੁੰਦਾ ਹੈ √3 ਠੀਕ ਹੈ ਤਾਂ 60 ਨੂੰ ਆਪਾਂ ਕੀ ਲਿਖ ਸਕਦੇ ਆ π/3 ਲਿਖ ਸਕਦੇ ਆ ਠੀਕ ਹੈ ਤਾਂ ਆਪਾਂ ਲਿਖ ਲਾਂਗੇ tan π/3 ਠੀਕ ਹੈ ਹੁਣ ਇਹ ਕੀ ਬਣ ਗਿਆ ਆਪਣਾ 1/tan अंदर की रह गया tan π/3 ठीक है tan ना tan की हो गया कैंसिल हो गया तो आंसर ਦੇ ਵਿੱਚ ਆਪਣੇ ਕੋਲ ਕੀ ਆ ਗਿਆ -π/3 ठीक है ए माइनस ਤੁਸੀਂ ਚੱਕਣਾ ਹੀ ਚੱਕਣਾ ਹੈ ਨਹੀਂ ਤੁਹਾਡਾ ਆਨਸਰ ਕੀ ਹੈ ਗਲਤ ਹੋ ਜਾਊਗਾ ਇਹ ਸਮ ਹੁੰਦੇ ਆ ਇੱਕ ਦੋ ਨੰਬਰਾਂ ਦੇ ਵਿੱਚ ਆਉਂਦੇ ਹੁੰਦੇ ਜਿਵੇਂ ਕਿ ਐਮਸੀਕਿਊਜ਼ ਹੋ ਗਏ ਫਿਲਅਪਸ ਹੋ ਗਏ ਟਰੂ ਫਾਲਸ ਹੋ ਗਏ ਠੀਕ ਹੈ ਕਰਦੇ ਦਾ ਡੀ ਪਾਰਟ ਦੇ ਵਿੱਚ ਕੀ ਆਪਣੇ ਕੋਲ cot ਇਨਵਰਸ √3 ਠੀਕ ਹੈ ਆਪਾਂ ਕੀ ਲਵਾਂਗੇ ਇੱਥੇ cot ਇਨਵਰਸ ਠੀਕ ਹੈ ਹੁਣ ਤੁਸੀਂ ਕਹੋਗੇ ਮੈਂ पाई माइनस कॉट क्यों नहीं लिया क्योंकि तुसी देखो अपने कोल इथे एंगल की सी नेगेटिव सी बट इथे की अपने कोल पॉजिटिव है इस करके आपां की लवांगे cot इनवर्स देन आपां वैल्यू देखदे हां cot ठीक है √3 है जेडी √3 cot दे विच वैल्यू किथे आउंदी है 30 ते आउंदी है हुन 30 ते अपने कोल वैल्यू की हुंदी है π/6 हुंदी है इस करके आपां लिख लांगे π/6 cot ना cot की हो गया कैंसिल हो गया अपने कोल आंसर क्या आ गया π/6 आ गया ठीक है डी ਦਾ ਆਪਣੇ ਕੋਲ ਸੈਕੰਡ ਪਾਰਟ ਕੀ ਕਹਿੰਦਾ ਹੈ cot ਇਨਵਰਸ -1 ਹੁਣ ਤੁਸੀਂ ਦੇਖੋ ਆਪਣੇ ਕੋਲ ਐਂਗਲ ਕੀ ਸੀ ਇੱਥੇ 네ਗੇਟਿਵ ਸੀ ਇੱਥੇ ਵੀ ਕੀ ਹੈ 네ਗੇਟਿਵ ਹੈ ਇਸ ਕਰਕੇ ਆਪਾਂ ਇੱਥੇ ਚੱਕਾਂਗੇ π cot ਇਨਵਰਸ ਦੈਨ ਹੁਣ ਤੁਸੀਂ ਦੇਖੋ cot ਦੀ 1 ਵੈਲਿਊ ਕਿੱਥੇ ਆਉਂਦੀ ਹੈ cot ਦੀ 1 ਵੈਲਿਊ 45 ਤੇ ਆਉਂਦੀ ਹੈ ਠੀਕ ਹੈ 45 ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ π/4 ਲਿਖ ਸਕਦੇ ਹਾਂ ਤਾਂ π/4 लिख लांगे cot cot ना cot की हो गया अपना कैंसिल हो गया अंदर की रह गया अपने कोल π - π/4 आ गया ठीक है ਇਹਦਾ ਆਪਾਂ ਹੁਣ ਲੈਣੇ ਐਲਸੀਐਮ ਤਾਂ 4 ਆ ਜਾਊਗਾ ਇਹਨੂੰ ਕੀਤਾ 4π - π ठीक है ਤਾਂ ਇਹ ਆਪਣੇ ਕੋਲ ਆ ਗਿਆ 3π/4 ठीक है ਹੁਣ ਆਪਾਂ ਕਰਦੇ ਆ ਦਾ ਥਰਡ ਪਾਰਟ
थर्ड पार्ट ਦੇ ਵਿੱਚ ਕੀ ਆਪਣੇ ਕੋਲ cot ਇਨਵਰਸ -1 upon under root 3 ठीक है। ਹੁਣ ਜੇ ਆਪਣੇ ਕੋਲ ਐਂਗਲ ਕੀ ਹੈ ਨੈਗੇਟਿਵ ਹੈ ठीक है ਤਾਂ ਆਪਾਂ ਕੀ ਲਵਾਂਗੇ ਇੱਥੇ ਪਾਈ ਮਾਈਨਸ cot ਇਨਵਰਸ x ਲਵਾਂਗੇ ਤਾਂ ਪਾਈ ਮਾਈਨਸ cot ਇਨਵਰਸ ठीक है। अंदर आप की लवांगे cot then 1 upon under root 3 cot की वैल्यू अपने कोल कितने होंगी है 60 ते होंगी है। हम 60 नु आप की लिख सकते हैं पाई बाय 3 लिख सकते हैं ठीक है। तो cot ना cot की हो जाऊगा कैंसिल हो जाऊगा तो अपने कोल आ जाऊ पाई माइनस पाई बाय 3 तो एलसीएम ले लेने 3 आ जाऊगा 3 पाई माइनस पाई आ जाऊ देन अपने कोल आ गया 2 पाई बाय 3। ਹੁਣ ਤੁਸੀਂ ਦੇਖੋ ਆਪਾਂ ਕੀ ਕਰਾਂਗੇ ਸੈਕੰਡ ਇਨਵਰਸ ਕਾਹਦਾ ਉਲਟ ਹੁੰਦਾ ਹੈ cos ਦਾ ਇਸ ਕਰਕੇ ਆਪਾਂ ਲਿਖ ਲਾਂਗੇ cos ਇਨਵਰਸ ਤੇ ਜੇ ਆਪਾਂ ਇਹਨੂੰ ਚੇਂਜ ਕੀਤਾ ਤਾਂ ਇਹਨੂੰ ਵੀ ਚੇਂਜ ਕਰਨਾ ਪਊਗਾ ਠੀਕ ਹੈ। ਤਾਂ ਇਹ ਕੀ ਬਣ ਜਾਊਗਾ √3/2 ਜਿਹੜਾ ਡਿਵਾਈਡ ਸੀ ਉਹ ਉੱਪਰ ਆ ਜਾਊਗਾ ਤੇ ਜਿਹੜਾ ਉੱਪਰ ਸੀਗਾ ਉਹ ਡਿਵਾਈਡ ਚਲਾ ਜਾਊਗਾ ਠੀਕ ਹੈ। ਦੈਨ ਤੁਸੀਂ ਦੇਖੋ cos ਇਨਵਰਸ cos ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ cos ਇਨਵਰਸ ਐਜ਼ ਇਟ ਇਜ਼ अंदर आ जाऊगा अपने को cos क्योंकि नेगेटिव नहीं हैगा ठीक है। तो √3/2 cos ਦੀ ਵੈਲਿਊ ਹੁੰਦੀ ਹੈ ਆਪਣੇ ਕੋਲ 30 ਡਿਗਰੀ ਦੀ 30 ਡਿਗਰੀ ਨੂੰ ਆਪਾਂ ਕੀ ਲਿਖ ਸਕਦੇ ਹਾਂ ਪਾਈ ਬਾਈ 6 ਤਾਂ ਆਪਾਂ ਲਿਖ ਲਾਂਗੇ ਪਾਈ ਬਾਈ 6 ਠੀਕ ਹੈ। cos ਨਾ cos ਕੀ ਹੋ ਗਿਆ कैंसिल हो गया तो आंसर ਆਪਣੇ ਕੋਲ ਕੀ ਆ ਗਿਆ π/6 ਆ ਗਿਆ। नेक्स्ट है अपना f पार्ट ਦੇ ਵਿੱਚ ਕੀ ਹੈ cosecant ਇਨਵਰਸ -√2 ਹੈ ठीक है। cosecant ਨੂੰ ਆਪਾਂ ਐਜ਼ ਇਟ ਲਿਖ ਸਕਦੇ ਹਾਂ ठीक है बट ਜਿਹੜਾ ਮਾਈਨਸ ਹੋਊਗਾ ਉਹ ਕੀ ਆ ਜਾਊਗਾ ਅੱਗੇ ਆ ਜਾਊਗਾ ठीक है। ਤਾਂ ਆਪਾਂ ਲਿਖ ਲਾਂਗੇ -cosecant ਇਨਵਰਸ ठीक है। अंदर भी ਆਪਾਂ ਕੀ ਲਿਖਾਂਗੇ cosecant। ਹੁਣ ਤੁਸੀਂ ਦੇਖੋ ਆਪਣੇ ਕੋਲ ਕੀ ਹੁੰਦਾ ਹੈ cosecant ਜਿਹੜਾ ਹੁੰਦਾ ਹੈ ਉਹ ਉਲਟ ਹੁੰਦਾ ਹੈ sin ਦੇ s ਉਲਟ ਹੁੰਦਾ ਹੈ c ਦੇ ਤੇ c ਉਲਟ ਹੁੰਦਾ ਹੈ s ਦੇ ਠੀਕ ਹੈ। ਜਿਵੇਂ ਕਿ ਆਪਣੇ ਕੋਲ ਇੱਥੇ ਹੈਗਾ cos ਹੈ ਜਿਹੜਾ ਉਹ ਉਲਟ ਹੁੰਦਾ ਹੈ secant ਦੇ ਯਾਨੀ ਕਿ c ਤੇ s ਆ ਗਿਆ ਠੀਕ ਹੈ। ਉਧਰ ਜੇ ਆਪਾਂ ਦੇਖੀਏ ਤਾਂ sin ਉਲਟ ਹੁੰਦਾ ਹੈ cosecant ਦੇ ਤਾਂ ਇੱਧਰ ਵੀ c ਤੇ s ਹੈ ਠੀਕ ਹੈ। ਤੁਸੀਂ ਦੇਖੋ sin ਦਾ ਉਲਟ ਕੀ ਹੁੰਦਾ ਹੈ cosecant ਹੁੰਦਾ ਹੈ ਯਾਨੀ ਕਿ ਜੇ ਆਪਣੇ ਕੋਲ √2 ਹੈ ਤਾਂ ਉਹਨੂੰ ਆਪਾਂ ਕੀ ਲਿਖ ਸਕਦੇ ਹਾਂ 1/√2 ਠੀਕ ਹੈ। ਜੇ ਆਪਾਂ ਵੈਲਿਊ ਕਾਦੇ ਵਿੱਚ ਲੈਣੀ ਹੈ sin ਦੇ ਵਿੱਚ ਲੈਣੀ ਹੈ ਜੇ ਤੁਹਾਨੂੰ ਐਜ਼ ਇਟ ਇਜ਼ ਯਾਦ ਹੈ ਤਾਂ ਤੁਸੀਂ ਉਵੇਂ ਵੀ ਕਰ ਸਕਦੇ ਹੋ ਠੀਕ ਹੈ। ਬਟ ਆਪਾਂ ਕੀ ਕਰ ਰਹੇ ਹਾਂ 1/√2 sin ਦੀ ਵੈਲਿਊ ਕਿੱਥੇ ਹੁੰਦੀ ਹੈ ਆਪਣੇ ਕੋਲ 45 ਤੇ ਹੁੰਦੀ ਹੈ ਯਾਨੀ ਕਿ π/4 ਹੁੰਦੀ ਹੈ ਠੀਕ ਹੈ। ਤਾਂ ਜੇ ਤੁਸੀਂ ਅੱਗੇ ਵੀ ਟੇਬਲ ਤੁਹਾਨੂੰ ਯਾਦ ਆ ਤਾਂ ਉਹਦਾ ਵੀ ਇੰਨੀ ਹੀ ਵੈਲਿਊ ਹੋਊਗੀ ਠੀਕ ਹੈ ਯਾਨੀ ਕਿ ਉਹਦਾ ਆਨਸਰ ਵੀ ਕੀ ਆਊਗਾ 45 ਹੀ ਆਊਗਾ ठीक है जो कि अपना है π/4 ਤਾਂ cosecant ਨਾਲ cosecant कैंसिल हो गया ये कितने को आ गया -π/4 आ गया ठीक है। नेक्स्ट की अपने को cosecant इनवर्स 1 है ठीक है। जे अपने को नेगेटिव ਹੁੰਦਾ ਤਾਂ ਆਪਾਂ ਕੀ ਲਾਉਂਦੇ ਮੂਰੇ 네ਗੇਟਿਵ ਸਾਈਨ ਲਾਉਂਦੇ ਠੀਕ ਹੈ। ਆਪਾਂ ਕੀ ਕਰਾਂਗੇ ਹੁਣ ਸਿੱਧਾ cosecant ਇਨਵਰਸ cosecant एंड देन ਤੁਸੀਂ ਦੇਖੋ cosecant ਦੀ ਵੈਲਿਊ 1 ਯਾਨੀ ਕਿ ਜੇ ਆਪਣੇ ਕੋਲ ਜੇ ਆਪਾਂ sin ਦੇ ਵਿੱਚ ਲਈਏ ਤਾਂ ਉੱਥੇ ਵੀ 1/1 ਦੀ ਵੈਲਿਊ ਕੀ ਹੁੰਦੀ ਹੈ ਆਪਣੇ ਕੋਲ 1 ਹੀ ਹੁੰਦੀ ਹੈ ਇਸ ਕਰਕੇ ਆਪਾਂ ਕੀ ਲਵਾਂਗੇ sin 1 ਕਿੱਥੇ ਹੁੰਦਾ ਆਪਣੇ ਕੋਲ 90 ਤੇ ਹੁੰਦਾ 90 मतलब ਕਿ π/2 ਤਾਂ ਇਹ ਆ ਜਾਊਗਾ cosecant π/2 ਠੀਕ ਹੈ। ਜੇ ਤੁਸੀਂ cosecant ਦੇ ਵਿੱਚ ਦੇਖੋਗੇ ਤਾਂ ਉੱਥੇ ਵੀ ਆਪਣੇ ਕੋਲ 90 ਹੀ ਆਊਗਾ ਠੀਕ ਹੈ। ਤਾਂ cosecant ਨਾਲ cosecant ਕੀ ਹੋ ਗਿਆ कैंसिल हो गया आंसर ਆਪਣੇ ਕੋਲ ਆ ਗਿਆ π/2। नेक्स्ट ਆਪਾਂ ਕਰਾਂਗੇ फोर्थ सम ਦੇ ਵਿੱਚ ਆਪਾਂ ਨੂੰ ਕੀ ਕਿਹਾ ਗਿਆ फाइंड द वैल्यू ऑफ sin इनवर्स -1/2 ਦਿੱਤਾ ਹੈ ਤੇ cos इनवर्स -1/2 ਦਿੱਤਾ ਹੈ। ਹੁਣ ਤੁਸੀਂ ਦੇਖੋ ਆਪਣੇ ਕੋਲ ਫਾਰਮੂਲਾਸ ਹੁੰਦੇ ਇਹਨੂੰ ਆਪਾਂ ਐਕਸਪੈਂਡ ਕਰਕੇ ਸੋਲਵ ਕਰਨ ਦੀ ਲੋੜ ਨਹੀਂ ਹੈਗੀ ਠੀਕ ਹੈ। ਇਹ ਆਪਣੇ ਕੋਲ 1 ਜਾਂ 2 ਮਾਰਕਸ ਦੇ ਵਿੱਚ ਆਊਗਾ ਇਸ ਕਰਕੇ ਆਪਾਂ ਇਹਦੇ ਵਿੱਚ ਇੰਨਾ ਮੱਥਾ ਨਹੀਂ ਮਾਰਾਂਗੇ ਇਸ ਕਰਕੇ ਆਪਾਂ ਕੀ ਕਰਾਂਗੇ ਆਪਣੇ ਕੋਲ ਫਾਰਮੂਲੇ ਹੁੰਦੇ ਕਿ sin इनवर्स x ਤੇ cos इनवर्स x ਦੋਨਾਂ ਦਾ ਐਡ ਹੈ ਜਿਹੜਾ ਉਹ ਕਾਹਦੇ ਇਕੁਅਲ ਟੂ ਹੁੰਦਾ ਹੈ π/2 ਤੇ ਇੱਕ ਹੋਰ ਗੱਲ ਜਿਹੜੀ ਆਪਣੀ x ਹੈ ਉਹ ਕੀ ਹੋਣੀ ਚਾਹੀਦੀ ਸੇਮ ਹੋਣੀ ਚਾਹੀਦੀ ਜਿਵੇਂ ਕਿ ਆਪਣੇ ਕੋਲ ਇੱਥੇ ਹੈ ਠੀਕ ਹੈ। sin इनवर्स है उधर भी sin इनवर्स है देन अपने को की है x है x की दी है अपने को -1/2 दी है इधर भी अपने को की दी है -1/2 दी है। जे अपने को जरा a वाली वैल्यू है a की होवे सेम होवे फिर ਇਹਦੇ ਤੇ ਆਪਾਂ ਆ ਫਾਰਮੂਲਾਸ ਅਪਲਾਈ ਕਰ ਸਕਦੇ ਹਾਂ ਤੇ ਇਹਨਾਂ ਦਾ ਆਨਸਰ ਆਪਣੇ ਕੋਲ ਕੀ ਹੁੰਦਾ ਹੈ π/2 ਹੁੰਦਾ ਹੈ ਠੀਕ ਹੈ। जिमें a है उसे तरह अपने को tan इनवर्स x प्लस cot इनवर्स x की वैल्यू भी क्या इक्वल्स टू होंदी है π/2 दे इक्वल्स टू होंदी है ठीक है। फिर secant इनवर्स x प्लस cosecant इनवर्स x भी क्या इक्वल्स टू होंदा है π/2 दे इक्वल्स टू होंदा है ठीक है। जो जो क्वेश्चन एनसीईआरटी दे या सीबीएसई दे होंगे वो मैं नाल मेंशन कर दूंगी ठीक है। तो ये भी अपना सीबीएसई दा ठीक है। जे एनसीईआरटी दा होया तो मैं वो भी तुहानू दस दूंगी नाल नाल।
नेक्स्ट है जी अपने को सिक्स सम दे विच अपन की दिता गया है tan इनवर्स 1 ਤੇ प्लस cos इनवर्स -1/2 ठीक है। सब तो पहले ਆਪਾਂ ਇਹਨੂੰ ਐਕਸਪੈਂਡ ਕਰਾਂਗੇ ਦੈਨ ਇਹਨੂੰ ਫਿਰ ਦੋਨਾਂ ਨੂੰ ਆਪਾਂ ਸੋਲਵ ਕਰ ਦਾਂਗੇ ਠੀਕ ਹੈ। ਹੁਣ ਤੁਸੀਂ ਦੇਖੋ ਆਪਣੇ ਕੋਲ ਕੀ ਹੈ ਐਂਗਲ ਕੀ ਹੈ ਪੋਜ਼ਿਟਿਵ ਹੈ ਇਸ ਕਰਕੇ ਆਪਾਂ ਇਹਨਾਂ ਦੇ ਵਿੱਚੋਂ ਨਹੀਂ ਲਵਾਂਗੇ ਸਿੱਧਾ ਆਪਾਂ ਕੀ ਚੱਕਾਂਗੇ tan ਇਨਵਰਸ ਲਿਖਾਂਗੇ ਦੈਨ ਹੁਣ ਤੁਸੀਂ ਦੇਖੋ tan ਦੀ ਵੈਲਿਊ 1 ਕਿੱਥੇ ਹੁੰਦੀ ਹੈ ਆਪਣੇ ਕੋਲ tan ਦੀ ਵੈਲਿਊ 1 ਹੁੰਦੀ ਹੈ ਆਪਣੇ ਕੋਲ 45 ਤੇ 45 ਨੂੰ ਆਪਾਂ ਕੀ ਲਿਖਦੇ ਆ π/4 ਤਾਂ ਆਪਾਂ ਕੀ ਲਿਖ ਲਾਂਗੇ tan π/4 ठीक है। इनवर्स है तो इधर अपने को सिंपल मल्टीप्लाई दे विच है तो वो की हो गए कैंसिल हो गया अपने को आंसर आ गया π/4 ठीक है। नाल ਆਪਾਂ ਕੀ ਕਰਨਾ है प्लस करना है की प्लस करना है cos इनवर्स -1/2 ठीक है। सब तो पहला ਤੁਸੀਂ देखो एंगल की अपने को नेगेटिव है इस करके जे अपना एंगल नेगेटिव है ਆਪਾਂ ਕੀ ਲਵਾਂਗੇ π - cos इनवर्स x ਲਵਾਂਗੇ ठीक है। तो ਆਪਾਂ ਲਿਖ ਲਾਂਗੇ π - cos इनवर्स ठीक है। देन ਆਪਾਂ ਕੀ ਲਿਖਾਂਗੇ cos ਲਿਖਾਂਗੇ ਇਹ ਜਿਹੜਾ 네ਗੇਟਿਵ ਸਾਈਨ ਹੈ ਉਹ ਆਪਾਂ ਇੱਧਰ ਹੀ ਸ਼ਿਫਟ ਕਰਤਾ ਸੀ ਇਸ ਕਰਕੇ ਆਪਾਂ ਨੂੰ ਦੁਬਾਰਾ ਲਿਖਣ ਦੀ ਲੋੜ ਨਹੀਂ ਹੈਗੀ ਠੀਕ ਹੈ। ਆਪਣੇ ਕੋਲ ਕੀ ਹੈ cos 1/2 ਹੈ ਹੁਣ ਤੁਸੀਂ ਦੇਖੋ cos ਦੇ ਵਿੱਚ 1/2 ਵੈਲਿਊ ਆਉਂਦੀ ਆਪਣੇ ਕੋਲ 60 ਤੇ ਠੀਕ ਹੈ। 60 ਨੂੰ ਆਪਾਂ ਕੀ ਲਿਖ ਸਕਦੇ ਹਾਂ π/3 ਲਿਖ ਸਕਦੇ ਹਾਂ ਤਾਂ ਆਪਾਂ ਲਿਖਾਂਗੇ π/3 ठीक है। cos ਨਾਲ cos ਕੀ ਹੋ ਗਿਆ ਕੈਂਸਲ ਹੋ ਗਿਆ ਆਪਣੇ ਕੋਲ ਕੀ ਰਹਿ ਗਿਆ π - π/3 ਇਹਨਾਂ ਦੋਨਾਂ ਨੂੰ ਆਪਾਂ ਐਡ ਬਾਅਦ ਚੋਂ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਸੋਲਵ ਕਰਾਂਗੇ ਤਾਂ ਇਹਨੂੰ ਆਪਾਂ ਐਜ਼ ਇਟ ਇਜ਼ ਲਿਖ ਲੈਂਦੇ ਆ π/4 ਪਲੱਸ ਇਹਨਾਂ ਦਾ ਆਪਾਂ ਕੀ ਲੈ ਲੈਂਦੇ ਆ ਐਲਸੀਐਮ ਤਾਂ ਇਹ ਆ ਗਿਆ 3 ਇਹਨੂੰ ਇਧਰ ਮਲਟੀਪਲਾਈ ਕਰਾਂਗੇ 3π ਮਾਈਨਸ ਇਹਨੂੰ ਇਧਰ ਮਲਟੀਪਲਾਈ ਕੀਤਾ π ਆ ਗਿਆ ਠੀਕ ਹੈ। ਇਹਨੂੰ ਆਪਾਂ ਐਜ਼ ਇਟ ਇਜ਼ ਲਿਖਾਂਗੇ ਪਲੱਸ ਇਹ ਆ ਗਿਆ 3 ਇਹਨੂੰ ਆਪਾਂ ਮਾਈਨਸ ਕੀਤਾ 2π ਦੈਨ ਆਪਾਂ ਇਹਨਾਂ ਦੋਨਾਂ ਦਾ ਐਲਸੀਐਮ ਲਵਾਂਗੇ 4 3 है 12 आ गया इनू इधर मल्टीप्लाई करेंगे इनू इधर तो ये आ गया 3π ते प्लस 4 2 8π तो ये आ गया 11π/12 ठीक है। तो ये अपना आंसर आ गया देन आप करते हैं नेक्स्ट सम नेक्स्ट है अपने को सेकंड पार्ट ਦੇ ਵਿੱਚ ਆਪਣੇ ਕੋਲ ਕੀ ਹੈ cos इनवर्स 1/2 -2 sin इनवर्स -1/2 है ठीक है। सब तो पहले ਆਪਾਂ ਇਹਨੂੰ ਸੋਲਵ ਕਰਾਂਗੇ ਦੈਨ ਆਪਾਂ ਇਹਨੂੰ ਜਾਂ ਆਪਾਂ ਨਾਲ ਦੀ ਨਾਲ ਵੀ ਸੋਲਵ ਕਰ ਸਕਦੇ ਹਾਂ ਠੀਕ ਹੈ। ਆਪਣੇ ਕੋਲ ਕੀ ਹੈ cos ਕੀ ਹੈ ਪੋਜ਼ਿਟਿਵ ਹੈ ਠੀਕ ਹੈ ਤਾਂ ਕਰਕੇ ਆਪਾਂ ਇਹਨਾਂ ਦੇ ਵਿੱਚੋਂ ਨਹੀਂ ਦੇਖਾਂਗੇ ਆਪਾਂ ਸਿੱਧਾ ਕੀ ਲਿਖਾਂਗੇ cos ਇਨਵਰਸ ਦੈਨ cos ਠੀਕ ਹੈ। ਹੁਣ ਤੁਸੀਂ ਦੇਖੋ cos ਹੈ ਜਿਹੜਾ 1/2 ਕਿੱਥੇ ਆਉਂਦਾ ਹੈ cos ਦੀ ਵੈਲਿਊ 1/2 ਆਉਂਦੀ ਹੈ 60 ਤੇ ਠੀਕ ਹੈ। 60 ਨੂੰ ਆਪਾਂ ਕੀ ਲਿਖ ਸਕਦੇ ਹਾਂ π/3 ਲਿਖ ਸਕਦੇ ਹਾਂ ਇਹਨੂੰ ਆਪਾਂ ਪੈਂਡਿੰਗ ਛੱਡਦੇ ਹਾਂ ਆਪਾਂ ਅੱਗੇ ਕਰਦੇ ਹਾਂ ਠੀਕ ਹੈ। ਹੁਣ ਤੁਸੀਂ ਦੇਖੋ ਆਪਣੇ ਕੋਲ ਕੀ ਇੱਥੇ ਮਾਈਨਸ ਹੈ ਤੇ ਇੱਕ ਕੀ ਆਪਣੇ ਕੋਲ ਐਂਗਲ ਵੀ ਮਾਈਨਸ ਹੈ ਹੁਣ ਤੁਸੀਂ ਦੇਖੋ ਆਪਣੇ ਕੋਲ ਕੀ ਹੁੰਦਾ ਸਾਈਨ ਜੇ ਐਂਗਲ ਮਾਈਨਸ ਹੈ ਠੀਕ ਹੈ ਉਹ ਕੀ ਹੋ ਜਾਊਗਾ ਅੱਗੇ ਸ਼ਿਫਟ ਹੋ ਜਾਊਗਾ ਤਾਂ ਹੁਣ ਜਦੋਂ ਇਹ ਮਾਈਨਸ ਆਪਾਂ ਅੱਗੇ ਲਿਆਵਾਂਗੇ ਤਾਂ ਆਹ ਵਾਲਾ ਮਾਈਨਸ ਤੇ ਆਹ ਵਾਲਾ ਮਾਈਨਸ ਕੀ ਹੋ ਜਾਣਗੇ ਪਲੱਸ ਹੋ ਜਾਣਗੇ ਆਪਣੇ ਕੋਲ ਕੀ ਆ ਜਾਊਗਾ 2 ਆ ਜਾਊਗਾ ਸਾਈਨ ਇਨਵਰਸ ਐਜ਼ ਇਟ ਇਜ਼ ਤੇ ਇਧਰ ਆ ਜਾਊਗਾ ਆਪਣੇ ਕੋਲ ਸਾਈਨ ਹੁਣ ਤੁਸੀਂ ਦੇਖੋ ਸਾਈਨ ਦੀ ਵੈਲਿਊ 1/2 ਆਪਣੇ ਕੋਲ ਕਿੱਥੇ ਹੁੰਦੀ ਹੈ ਸਾਈਨ 1/2 ਆਉਂਦਾ ਆਪਣੇ ਕੋਲ 30 ਤੇ ਜਿਹਨੂੰ ਆਪਾਂ ਕੀ ਲਿਖਦੇ ਆ π/6 ਲਿਖ ਸਕਦੇ ਹਾਂ ਹੈ ਨਾ। ਦੈਨ ਆਪਾਂ ਸਾਈਨ ਨਾਲ ਸਾਈਨ ਕੈਂਸਲ ਕਰ ਦਾਂਗੇ cos ਨਾਲ cos ਕੈਂਸਲ ਕਰ ਦਾਂਗੇ ਇੱਥੇ ਆ ਗਿਆ ਆਪਣੇ ਕੋਲ π/3 प्लस 2 मल्टीप्लाई π/6 क्योंकि ये किसी मल्टीप्लाई के ਵਿੱਚ ਸੀਗੇ ਮਾਈਨਸ ਜਾਂ ਪਲੱਸ ਤਾਂ ਹੈ ਹੀ ਇਸ ਵਿੱਚ ਠੀਕ ਹੈ। ਹੁਣ ਆਪਾਂ ਕੀ ਕਰਾਂਗੇ π/3 ਨੂੰ ਐਜ਼ ਇਟ ਇਜ਼ ਇਹਨੂੰ ਆਪਾਂ ਮਲਟੀਪਲਾਈ ਕੀਤੀ 2π ਅਪਨ ਦੇ ਵਿੱਚ 6 ਦੈਨ ਆਪਾਂ ਐਲਸੀਐਮ ਲੈਣੇ ਆ 18 ਆ ਗਿਆ ਤਾਂ ਇਹ ਆ ਗਿਆ 6π plus 3 to the 6π 12π ਅਪਨ ਦੇ ਵਿੱਚ 18 and 3 ਤਾਂ ਇਹ ਆ ਗਿਆ 2π ਅਪਨ ਦੇ ਵਿੱਚ 3 ਠੀਕ ਹੈ। ਇਹ ਤੁਸੀਂ ਪੱਕਾ ਯਾਦ ਰੱਖਣਾ ਕਿ ਜਿਹੜਾ ਆਪਣਾ ਐਂਗਲ ਆ ਉਹ 네ਗੇਟਿਵ ਹੈ ਜਾਂ ਪੋਜ਼ਿਟਿਵ ਹੈ ਪਹਿਲਾਂ ਤੁਸੀਂ ਇਹ ਦੇਖਣਾ ਹੈ ਦੈਨ ਆਪਾਂ ਇਹਨੂੰ ਸੋਲਵ ਕਰਾਂਗੇ ਠੀਕ ਹੈ। नेक्स्ट है जी अपने को 7 सम ਦੇ ਵਿੱਚ ਆਪਣੇ ਕੋਲ ਕੀ ਹੈ cos इनवर्स 1/2 ठीक है प्लस 2 sin इनवर्स 1/2 है ठीक है। ਹੁਣ ਤੁਸੀਂ ਦੇਖੋ ਆਪਣੇ ਕੋਲ ਕੀ ਹੈ cos ਹੈ ਜਿਹੜਾ ਉਹ ਪੋਜ਼ਿਟਿਵ ਹੈ ਇਸ ਕਰਕੇ ਆਪਾਂ ਕੀ ਲਿਖਾਂਗੇ cos इनवर्स then cos ਹੁਣ cos ਦੀ ਵੈਲਿਊ 1/2 ਕਿੱਥੇ ਆਉਂਦੀ ਹੈ 60 ਦੇ ਉੱਤੇ 60 ਨੂੰ ਆਪਾਂ ਕੀ ਲਿਖ ਸਕਦੇ π/3 ਲਿਖ ਸਕਦੇ ਤਾਂ ਆਪਾਂ ਲਿਖਾਂਗੇ π/3 ठीक है। cos ਨਾਲ cos कैंसिल हो गया ਹੁਣ ਆਪਾਂ ਲਿਖਾਂਗੇ प्लस देन अपने को क्या साइन इनवर्स है तेरा वो क्या पॉजिटिव है तो पॉजिटिव होने करके ਆਪਾਂ ਕੀ ਲਿਖਾਂਗੇ साइन इनवर्स लिखांगे देन अंदर साइन एज इट इज अपने को क्या 1/2
ਤਾਂ 1/2 ਦੀ ਵੈਲਿਊ ਸਾਈਨ ਦੀ ਹੈ ਜਿਹੜੀ ਉਹ ਕਿੱਥੇ ਆਉਂਦੀ ਹੈ 30 ਦੀ ਆਉਂਦੀ ਹੈ 30 ਨੂੰ ਆਪਾਂ ਕੀ ਲਿਖ ਸਕਦੇ ਹਾਂ π/6 ਲਿਖ ਸਕਦੇ ਹਾਂ ਠੀਕ ਹੈ साइन ना साइन क्या हो गया कैंसिल हो गया अपने को क्या आ गया π/3 प्लस 2π/6 आ गया ठीक है ਇਹਨੂੰ ਆਪਾਂ एलसीएम ले लें 18 6π प्लस 6π ਤਾਂ 12π अपॉन ਦੇ ਵਿੱਚ 18 ਇਹਨੂੰ कैंसिल ਕੀਤਾ ਤਾਂ ਇਹ ਆ ਗਿਆ 2π/3 आ गया ठीक है ਤਾਂ ਆਪਣੇ ਕੋਲ ਆਨਸਰ ਆ ਗਿਆ 2π/3 ਤੁਸੀਂ ਕਹਿੰਦੇ ਹੋਵੋਗੇ ਕਿ ਮੈਂ ਵਿੱਚੋਂ ਵਿੱਚੋਂ ਸਮ ਕਰਵਾ ਰਹੀ ਹਾਂ ਉਹ ਮੈਂ ਤਾਂ ਕਰਵਾ ਰਹੀ ਹਾਂ ਕਿਉਂਕਿ ਜਿਹੜੇ ਸਮ ਆਪਣੇ ਸਿਮਿਲਰ ਹੈ ਯਾਨੀ ਕਿ ਜਿਹੜੇ ਪਹਿਲਾਂ ਸੌਖੇ ਸਮ ਹੈ ਉਹ ਪਹਿਲਾਂ ਆਪਾਂ ਕਵਰ ਕਰ ਲਾਂਗੇ ਠੀਕ ਹੈ ਇਸ ਤੋਂ ਬਾਅਦ ਆਪਾਂ ਜਿਹੜੇ ਡਿਫਿਕਲਟ ਹੋਣਗੇ ਠੀਕ ਹੈ ਜਿਨ੍ਹਾਂ ਦੇ ਫਾਰਮੂਲਾਜ਼ ਵਗੈਰਾ ਵੀ ਯਾਦ ਕਰਨੇ ਪੈਣਗੇ ਉਹ ਆਪਾਂ ਬਾਤ ਕਰਾਂਗੇ ਠੀਕ ਹੈ नेक्स्ट है जी अपने को 8 सम ਦੇ ਵਿੱਚ ਆਪਣੇ ਕੋਲ ਕੀ ਹੈ tan ਇਨਵਰਸ -1/√3 ਹੈ ਠੀਕ ਹੈ ਹੁਣ tan ਦੀ ਵੈਲਿਊ ਮਾਈਨਸ ਦੇ ਵਿੱਚ ਹੈ ਤਾਂ ਆਪਾਂ ਕੀ ਕਰਾਂਗੇ ਮਾਈਨਸ ਅੱਗੇ ਲੈ ਆਵਾਂਗੇ ਠੀਕ ਹੈ ਤਾਂ ਆਪਾਂ ਲਿਖ ਲਾਂਗੇ ਮਾਈਨਸ tan ਠੀਕ ਹੈ ਬ੍ਰੈਕਟ ਦੇ ਵਿੱਚ tan then ਆਪਣੇ ਕੋਲ tan ਦੀ ਵੈਲਿਊ 1/√3 ਹੈ ਜਿਹੜੀ ਉਹ ਕਿੱਥੇ ਹੁੰਦੀ ਹੈ 30 ਤੇ ਹੁੰਦੀ ਹੈ ਤਾਂ 30 ਨੂੰ ਆਪਾਂ ਕੀ ਲਿਖ ਦਿੰਦੇ ਹਾਂ π/6 ਲਿਖ ਦਿੰਦੇ ਹਾਂ ਤਾਂ ਆਪਾਂ ਲਿਖ ਲਾਂਗੇ π/6 ठीक है tan ना tan की हो गया कैंसिल हो गया ਇਹਦਾ ਆਨਸਰ ਕੀ ਆ ਗਿਆ -π/6 ਆ ਗਿਆ ਠੀਕ ਹੈ ਦੈਨ ਆਪਣੇ ਕੋਲ ਕੀ ਹੈ ਪਲੱਸ ਦੇ ਵਿੱਚ ਆਪਣੇ ਕੋਲ ਕੀ ਹੈ cos ਇਨਵਰਸ ਮਾਈਨਸ ਹੈ ਮਾਈਨਸ ਜੇ ਆਪਣੇ ਕੋਲ cos ਹੈ ਠੀਕ ਹੈ ਆਪਾਂ ਕੀ ਲਿਖਾਂਗੇ π cos ਇਨਵਰਸ x ਲਿਖਾਂਗੇ ਠੀਕ ਹੈ ਤਾਂ π cos ਇਨਵਰਸ ਅੰਦਰ ਹੈ ਗਿਆ ਆਪਣੇ ਕੋਲ cos ਦੈਨ ਆਪਣੇ ਕੋਲ ਕੀ ਹੈ cos ਦੀ ਵੈਲਿਊ ਹੈ 3 अपॉन ਦੇ ਵਿੱਚ 2 ਹੈ √3/2 अपने को रहेगा 30 ਤੇ ਜਿਹਦੀ ਵੈਲਿਊ ਕੀ ਹੁੰਦੀ ਹੈ π/6 ਹੁੰਦੀ ਹੈ ਤਾਂ ਆਪਾਂ ਲਿਖ ਲਾਂਗੇ π/6 ਠੀਕ ਹੈ cos ਨਾਲ cos ਵੀ ਕੀ ਹੋ ਗਿਆ ਕੈਨਸਲ ਹੋ ਗਿਆ ਤਾਂ ਆਪਣੇ ਕੋਲ ਪਲੱਸ ਦੇ ਵਿੱਚ ਕੀ ਆ ਗਿਆ ਇਹਨਾਂ ਦਾ ਆਪਾਂ ਐਲਸੀਐਮ ਬਾਅਦ ਦੇ ਵਿੱਚੋਂ ਲਵਾਂਗੇ ਠੀਕ ਹੈ ਦੈਨ ਆਪਣੇ ਕੋਲ ਕੀ ਹੈ ਪਲੱਸ ਸਾਈਨ ਇਨਵਰਸ ਤੇ ਆਪਣੇ ਕੋਲ ਕੀ ਹੈ ਜਿਹੜਾ ਸਾਈਨ ਹੈ ਉਹ ਕੀ ਹੈ ਪੋਜ਼ਿਟਿਵ ਹੈ ਇਸ ਕਰਕੇ ਆਪਾਂ ਇਹਨਾਂ ਦੇ ਵਿੱਚੋਂ ਵੈਲਿਊ ਨਹੀਂ ਲਵਾਂਗੇ ਆਪਾਂ ਕੀ ਲਿਖਾਂਗੇ साइन इनवर्स ठीक है अंदर की रह गया साइन ਹੁਣ ਤੁਸੀਂ ਦੇਖੋ साइन की वैल्यू 1/2 है ਜਿਹੜੀ ਉਹ ਆ ਗਈ ਆਪਣੇ ਕੋਲ 30 ਦੇ ਉੱਤੇ ਜਿਹਦੀ ਵੈਲਿਊ ਕੀ ਹੈ π/6 ਹੈ ਤਾਂ π/6 साइन ਨਾਲ साइन ਵੀ ਕੀ ਹੋ ਗਿਆ ਕੈਨਸਲ ਹੋ ਗਿਆ ਆਪਣੇ ਕੋਲ ਕੀ ਆ ਗਿਆ π/6 ਆ ਗਿਆ ਠੀਕ ਹੈ ਹੁਣ ਤੁਸੀਂ ਦੇਖੋ ਇੱਕ ਮਾਈਨਸ ਦਾ π/6 ਹੈ ਇੱਕ ਪਲੱਸ ਦਾ ਤਾਂ ਇਹ ਕੀ ਹੋ ਗਿਆ ਕੈਨਸਲ ਹੋ ਗਏ ਠੀਕ ਹੈ ਤੇ ਆਪਣੇ ਕੋਲ ਕੀ ਰਹਿ ਗਿਆ -π/6 प्लस रह गया π ਹੁਣ ਆਪਾਂ ਇਹਦਾ ਐਲਸੀਐਮ ਲਵਾਂਗੇ ਤਾਂ ਇਹ ਆ ਜੀ 6 ਠੀਕ ਹੈ ਇਧਰ ਮਲਟੀਪਲਾਈ ਕੀਤੀ -π ਇਧਰ ਕੀਤੀ ਆਪਾਂ 6π ਠੀਕ ਹੈ ਹੁਣ ਦੇਖੋ ਪਲੱਸ ਮਾਈਨਸ ਕੀ ਹੋਣਗੇ ਮਾਈਨਸ ਹੋਣਗੇ ਬਟ ਸਾਈਨ ਕੀ ਲੱਗੂਗਾ ਵੱਡੇ ਦਾ ਠੀਕ ਹੈ ਵੱਡਾ ਕਿਹੜਾ 6 ਹੈ ਇਸ ਕਰਕੇ ਸਾਈਨ ਕੀ ਆ ਜਾਊਗਾ ਪਲੱਸ ਦਾ ਆ ਜਾਊਗਾ ਤਾਂ ਪਲੱਸ ਮਾਈਨਸ ਕੀਤਾ ਇਹਨਾਂ ਨੂੰ ਤਾਂ 5π/6 ਆ ਗਿਆ ਠੀਕ ਹੈ ਇਹ ਆਪਣਾ ਆ ਗਿਆ ਦਾ ਆਨਸਰ ਠੀਕ ਹੈ ਇਹ ਆਪਣਾ ਐਨਸੀਈਆਰਟੀ ਦਾ ਸਮ ਸੀ ਤਾਂ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਠੀਕ ਹੈ ਹੁਣ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਥੈਂਕਸ ਫॉर ਵਾਚਿੰਗ